ਗਿਆਨੀ ਸੁਖਵਿੰਦਰ ਸਿੰਘ ਜੀ ਜੋ ਸ਼੍ਰੋਮਣੀ ਕਮੇਟੀ ਦੇ ਵਿੱਚ ਨੌਕਰੀ ਕਰਦੇ ਸਨ, ਉਹਨਾਂ ਦਾ ਸਰੀਰ ਛੁੱਟ ਗਿਆ ਹੈ। ਉਹਨਾਂ ਦੀ ਬਾਬਤ ਇਉਂ ਲਿਖਿਆ ਹੋਇਆ ਹੈ ਕਿ ਉਹਨਾਂ ਨੂੰ ਕੈਂਸਰ ਦੀ ਬਿਮਾਰੀ ਸੀ ਤੇ ਡਾਕਟਰਾਂ ਨੇ ਕਿਹਾ ਕਿ ਕੀਮੋਥੈਰੇਪੀ ਕਰਨ ਦੀ ਲੋੜ ਪੈਣੀ ਹੈ। ਤੇ ਕੀਮੋਥੈਰੇਪੀ ਦੁਆਰਾ ਵਾਲ ਇੱਥੇ ਸਾਡੇ ਲਾਗੇ ਵੀ ਜਿਹਨੇ ਕਰਾਈ ਹੈ, ਉਹਨਾਂ ਦੇ ਵਾਲ ਝੜ ਗਏ। ਮਾਈਆਂ ਦੇ ਵੀ ਝੜ ਜਾਂਦੇ ਹਨ। ਤੇ ਇਹਨਾਂ ਨੇ ਕਿਹਾ ਵੀ ਅਸੀਂ ਤਾਂ ਅਰਦਾਸ ਕਰਦੇ ਹਾਂ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇ, ਤੇ ਅਸੀਂ ਇਹ ਇਲਾਜ ਨਹੀਂ ਕਰਾ ਸਕਦੇ। ਇਲਾਜ ਕਰਾਉਣ ਤੋਂ ਮਨਾ ਕਰ ਦਿੱਤਾ। ਕਿਉਂ ਕੀਤਾ? ਕਿ ਵਾਲ ਝੜ ਜਾਣਗੇ। ਤੇ ਇਹਦੀ ਬੜੀ ਸ਼ਲਾਘਾ ਹੋ ਰਹੀ ਹੈ ਵੀ ਦੇਖੋ ਉਹਨਾਂ ਨੇ ਕੇਸਾਂ ਸਵਾਸਾਂ ਨਾਲ ਸਿੱਖੀ ਨਿਭਾਈ। ਇਸ ਗੱਲ ਦਾ ਅਸਰ ਵੀ ਬਹੁਤ ਹੁੰਦਾ ਹੈ। ਵੀ ਦੇਖੋ ਸਿਦਕ, ਵੀ ਕੇਸ ਨਾ ਝੜ ਜਾਣ, ਇਹਦਾ ਕਰਕੇ ਇਲਾਜ ਨਹੀਂ ਕਰਵਾਇਆ ਹੈ। ਤੇ ਮੈਂ ਪੁੱਛਦਾ ਹਾਂ, ਸਿੱਖੀ ਸਿਰਫ ਕੇਸਾਂ ਤੇ ਹੀ ਟਿਕੀ ਹੋਈ ਹੈ? ਵੀ ਸਿਰ ਦੇ ਉੱਪਰ ਵਾਲ ਹੋਣਗੇ ਤਾਂ ਹੀ ਸਿੱਖੀ ਰਹੂਗੀ? ਤੇ ਵਾਲ ਨਾ ਰਹੇ ਤੇ ਸਿੱਖੀ ਚਲੇ ਜਾਊਗੀ। ਇੰਨੀ ਕਮਜ਼ੋਰ ਹੈ ਸਿੱਖੀ। ਤੇ ਫਿਰ ਸਿੱਖੀ ਕੁਝ ਵੀ ਨਾ ਹੋਈ, ਵੀ ਵਾਲ ਨਾ ਰਹੇ ਸਿਰ ਦੇ ਤੇ ਸਿੱਖੀ ਚਲੇਗੀ। ਫਿਰ ਸਿੱਖੀ ਦਾ ਵਾਲਾਂ ਦੇ ਨਾਲ ਹੀ ਮੁੱਲ ਹੈ। ਤੇ ਵਾਲ ਤੇ ਸਾੜੀ ਜਾਣੇ ਹਨ ਸਰੀਰ ਦੇ ਨਾਲ। ਕੇਸ ਜਲੇ ਜੋ ਘਾਸ ਕਾ ਪੂਲਾ, ਹਾੜ ਜਲੇ ਜੋ लकड़ी का तूला। क्या नहीं है? ਤੇ ਵਾਲ ਨਾ ਰਹੇ ਸਿਰ ਦੇ ਤੇ ਸਿੱਖੀ ਚਲੇ ਜਾਊਗੀ। ਮੈਂ ਤੇ ਕਹਿਣਾ ਹਾਂ, ਵਾਲ ਦੀ ਤੇ ਗੱਲ ਹੀ ਕੋਈ ਨਹੀਂ ਹੈ। ਜੇ ਦੋਵੇਂ ਹੱਥ ਨਾ ਰਹਿਣ ਤਾਂ ਵੀ ਸਿੱਖੀ ਨਹੀਂ ਜਾਵੇਗੀ। ਜੇ ਲੱਤਾਂ ਨਾ ਰਹਿਣ ਤਾਂ ਵੀ ਸਿੱਖੀ ਨਾ ਜਾਵੇਗੀ। ਜੇ ਸਿਰ ਨਾ ਰਵੇ ਤਾਂ ਵੀ ਸਿੱਖੀ ਨਹੀਂ ਜਾਂਦੀ। ਸਿਰ ਵੀ ਅਲੱਗਾ ਹੋ ਜਾਵੇ ਧੜ ਨੂੰ, ਸਿੱਖੀ ਨਹੀਂ ਜਾਂਦੀ। ਕਿਉਂਕਿ ਸਿੱਖੀ ਅੰਦਰ ਦੀ ਹੈ, ਬਾਹਰ ਦੀ ਥੋੜ੍ਹੀ ਹੈ ਸਿੱਖੀ। ਤੁਸੀਂ ਤੇ ਬਾਹਰ ਦੀ ਸਿੱਖੀ ਨੂੰ ਹੀ ਸਮਝਦੇ ਹੋ ਸਿੱਖੀ। ਆ ਦੇਖਿਆ ਨਹੀਂ ਥੱਲੇ ਦੇਖੋ, ਭਾਈ ਤਾਰੂ ਸਿੰਘ ਦੀ ਇੱਕ ਫਿਲਮ ਬਣਾਈ ਹੋਈ ਹੈ, ਉਹ ਪਾ ਦਿੱਤੀ ਅਗਲੇ ਨੇ। ਜਿੰਨੇ ਪਾਈ ਹੈ ਉਹ ਵੀ
ਇਹਨਾਂ ਚੀਜ਼ਾਂ ਦੇ ਨਾਲ ਹੀ ਜੁੜਿਆ ਹੋਇਆ ਹੈ। ਤੁਸੀਂ ਵੀ ਜੁੜੇ ਹੋਏ ਹੋ। ਬਹੁਤ ਪ੍ਰਭਾਵ ਹੈ ਬਾਹਰ ਦੇ ਪ੍ਰਚਾਰ। ਫਿਰ ਭਾਈ ਤਾਰੂ ਸਿੰਘ ਦੀ ਖੋਪਰੀ ਲੈ ਗਈ, ਤੁਸੀਂ ਸਮਝੋ, ਤੇ ਸਿੱਖੀ ਚਲੇਗੀ ਉਹਦੀ। ਖੋਪਰੀ ਲੈਣ ਦੇ ਨਾਲ ਵੀ ਨਹੀਂ ਸਿੱਖੀ ਗਈ। ਦੇਖੋ ਕਮਾਲ ਦੀ ਗੱਲ, ਕਿਉਂਕਿ ਸਿੱਖੀ ਅੰਦਰ ਦੀ ਸੀ ਨਾ। ਹੁਣ ਪ੍ਰਚਾਰਕ ਤੇ ਉਲਟੀ ਗੱਲ ਦੱਸਦੇ ਹਨ ਤੁਹਾਨੂੰ। ਉਹ ਕਹਿੰਦੇ ਹਨ ਵੀ ਭਾਈ ਤਾਰੂ ਸਿੰਘ ਜੀ ਦੇ ਕੇਸ ਕੱਟਣੇ ਸਨ। ਕੇਸ ਕੱਟਣ ਦਾ ਹੁਕਮ ਸੀ, ਵਾਲ ਕੱਟਣ ਦਾ ਹੁਕਮ ਸੀ। ਵਾਲ ਨਹੀਂ ਕੱਟ ਹੋਏ, ਬੜੀ ਕੋਸ਼ਿਸ਼ ਕੀਤੀ, ਨਹੀਂ ਕੱਟ ਹੋਏ। ਫਿਰ ਖੋਪਰੀ ਲਾਈ। ਨਹੀਂ, ਉਸ ਸਮੇਂ ਤਕਰੀਬਨ ਸਾਰੇ ਹੀ ਕੇਸਾਧਾਰੀ ਹੁੰਦੇ ਸਨ। ਮੁਸਲਮਾਨ ਵੀ ਜ਼ਿਆਦਾਤਰ ਧਾਰਮਿਕ ਲੋਕ, ਹਿੰਦੂ ਵੀ ਜ਼ਿਆਦਾਤਰ ਧਾਰਮਿਕ ਲੋਕ, ਈਸਾਈ ਵੀ ਕੇਸਾਧਾਰੀ ਹੁੰਦੇ ਸਨ। ਤੇ ਕੇਸ ਤੇ ਸਾਰਿਆਂ ਦੇ ਸਿਰ ਤੇ ਹੀ ਸਨ। ਤੇ ਕੇਸਾਂ ਕਰਕੇ ਉਸ ਸਮੇਂ ਸਿੱਖੀ ਨਹੀਂ ਸੀ ਸਮਝੀ ਜਾਂਦੀ। ਖਿਆਲ ਵਿੱਚ ਰੱਖੋ ਵੀ ਕੇਸ ਹੋਣਗੇ ਤਾਂ ਹੀ ਤੁਸੀਂ ਸਿੱਖ ਹੋਇਓ, ਕਿਉਂਕਿ ਕੇਸ ਤੇ ਸਾਰਿਆਂ ਦੇ ਹੀ ਸਨ। ਇਹ ਤੇ ਬਾਅਦ ਦੇ ਵਿੱਚ ਗੱਲ ਜੋੜੀ ਹੈ। ਵਾਸਤਵਿਕ ਦੇ ਵਿੱਚ ਉਸ ਸਮੇਂ ਕਾਜੀ ਫਤਵਾ ਸੁਣਾਉਂਦਾ ਹੁੰਦਾ ਸੀ, ਕਿਤਾਬ ਦੇ ਵਿੱਚੋਂ ਦੇਖ ਕੇ। ਤੇ ਉਹ ਕੋਈ ਫਤਵਾ ਲਾ ਦਿੰਦਾ ਵੀ ਇਹਨੂੰ ਇਸ ਢੰਗ ਦੇ ਨਾਲ ਮਾਰੋ। ਤੇ ਜਿਵੇਂ ਕਾਜੀ ਦੱਸਦਾ ਤਿਵੇਂ ਹੀ ਉਹਨੂੰ ਮਾਰਿਆ ਜਾਂਦਾ। ਕਿਸੇ ਨੂੰ ਕਹਿਤਾ ਚੜਖਣੀਆਂ ਤੇ ਚੜਾ ਦੋ, ਚੜਖਣੀਆਂ ਤੇ ਚੜਾ ਤਾ। ਕਿਸੇ ਨੂੰ ਆਰੇ ਦੇ ਨਾਲ ਕਹਿਤਾ ਤੇ ਆਰੇ ਦੇ ਨਾਲ ਮਾਰ। ਤੇ ਕਾਜੀ ਨੇ ਕਿਹਾ ਸੀ ਵੀ ਇਹਦੀ ਖੋਪਰੀ ਲਾ ਦਿਓ। ਤੇ ਖੋਪਰੀ ਲੈ ਗਈ। ਕੇਸ ਤੇ ਲੈਦਾ ਹੋ ਹੀ ਗਏ, ਤੇ ਸਿੱਖੀ ਤੇ ਨਹੀਂ ਗਈ। ਤੇ ਸਿੱਖੀ ਕੋਈ ਬਾਹਰ ਦੀ ਥੋੜੀ ਹੈ। ਤੁਸੀਂ ਬਾਹਰ ਦੀ ਸਿੱਖੀ ਦੇ ਨਾਲ ਹੀ ਜੁੜੇ ਹੋਏ। ਤੇ ਅਗਰ ਕੇਸ ਕੋਈ ਸਾਬਤ ਰੱਖ ਲਵੇ ਤੇ ਤੁਸੀਂ ਕਹਿ ਦਿਓ ਵੀ ਗੁਰੂ ਦੀ ਖੁਸ਼ੀ ਹੋ ਗਈ। ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿਤੇ ਲਿਖਿਆ ਹੋਇਆ ਹੈ ਵੀ ਜਿਹਦੇ ਕੇਸ ਸਾਬਤ ਹਨ ਉਹ ਮੁਕਤ ਹੋ ਜਾਊਗਾ ਜਾਂ ਹੋ ਗਿਆ ਹੈ? ਤੁਸੀਂ ਦੱਸੋ, ਲਿਖਿਆ ਹੈ ਕਿਤੇ? ਹੁਣ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਸਮਝੇ ਜਾਂ ਇਤਿਹਾਸ ਨੂੰ ਗੁਰੂ ਸਮਝਦੇ ਹੋ? ਮੈਨੂੰ ਇਹ ਨਹੀਂ ਸਮਝ ਲੱਗਦੀ ਤੁਹਾਡੀ ਸਿੱਖਾਂ ਦੀ ਵੀ ਇਤਿਹਾਸ ਗੁਰੂ ਹੈ ਕਿ ਜਾਂ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਹਨ ਤੁਹਾਡੇ। ਅਗਰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਸਮਝਦੇ ਤੇ ਉਹਦੇ ਵਿੱਚ ਕਿੱਥੇ ਲਿਖਿਆ ਹੋਇਆ ਹੈ ਵੀ ਬਾਹਰ ਦੇ ਕਕਾਰ ਰਹਿ ਗਏ ਤੁਹਾਡੇ ਤੇ ਤੁਸੀਂ ਗੁਰੂ ਨੂੰ ਪਿਆਰੇ ਹੋ ਗਏ? ਉੱਥੇ ਤੇ ਕੁਛ ਹੋਰ ਲਿਖਿਆ ਹੋਇਆ ਹੈ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੇ। ਜਿਹੜਾ ਸਵਾਸ ਹਰ ਵਕਤ ਹੀ ਧਿਆਨ ਦੇ ਵਿੱਚ ਰਹਿੰਦਾ ਹੈ, ਸੰਸਾਰ ਦਾ ਧਿਆਨ ਨਹੀਂ ਕਰਦਾ, ਪ੍ਰਭੂ ਦਾ ਧਿਆਨ ਕਰਦਾ। ਉੱਥੇ ਤੇ ਲਿਖਿਆ ਹੈ, ਕਾਮ ਕ੍ਰੋਧ ਜਿਹ ਪਰਸੈ ਨਾਹਿਨ, ਲੋਭ ਮੋਹ ਅਭਮਾਨ, ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਨਿਰ ਜਾਨ। ਉਹ ਹੈ ਮੁਕਤ ਜਿਹਦੇ ਅੰਦਰ ਨਾ ਕਾਮ ਹੈ, ਨਾ ਕ੍ਰੋਧ ਹੈ, ਨਾ ਲੋਭ ਹੈ, ਨਾ ਮੋਹ ਹੈ। ਹੁਣ ਅੰਦਰ ਦੀ ਗੱਲ ਤਾਂ ਕੋਈ ਦੇਖਦਾ ਹੀ ਨਹੀਂ ਹੈ ਵੀ ਇਹਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਕਿ ਨਹੀਂ। ਹੰਕਾਰ ਦੀ ਖਾਤਰ ਹੀ ਤੇ ਉਹ ਇਲਾਜ ਤੋਂ ਮਨਾ ਕਰ ਰਹੇ ਹਨ। ਬਾਹਰ ਹੀ ਜੁੜੇ ਹੋਏ ਹਨ ਨਾ ਸਾਰੇ। ਦੇਖੋ ਵੱਡੇ ਵੱਡੇ ਗਿਆਨੀ ਵੀ ਤੁਹਾਡੇ, ਪ੍ਰਚਾਰਕ ਵੀ, ਉਹ ਵੀ ਬਾਹਰ ਹੀ ਜੁੜੇ ਹੋਏ ਹਨ ਇਹਨਾਂ ਕੇਸਾਂ ਨਾਲ, ਇਹਨਾਂ ਵਾਲਾਂ ਨਾਲ। ਕਮਾਲ ਦੀ ਗੱਲ ਹੈ। ਵਾਲ ਨਾ ਰਹੇ ਤੇ ਸਿੱਖੀ ਨਾ ਰਹੂਗੀ। ਮੈਨੂੰ ਇੱਕ ਪੁਰਾਣੀ ਘਟਨਾ ਯਾਦ ਆ ਗਈ।
कुछ प्रेमी मैनू लै गए चैक कराउण वास्ते, टैसट कराउण वास्ते, शरीर दे टैसट कराउण वास्ते। कहंदे चैकअप कराउणा है। तो उत्थे जिहड़ा हार्ट दा चैक करदे हन ते इहदे उपर छाती दे ਉਹ ਤਾਰਾਂ ਲੱਗਦੀਆਂ ਹਨ ਜਿਨ੍ਹਾਂ ਦੁਆਰਾ ਹਾਰਟ ਚੈੱਕ ਹੁੰਦਾ ਹੈ, ਦਿਲ ਚੈੱਕ ਹੁੰਦਾ ਹੈ। ਤੋ ਡਾਕਟਰ ਕਹਿਣ ਲੱਗਾ ਵੀ ਇਹ ਵਾਲ ਜਿਹੜੇ ਹਨ ਤੁਹਾਡੇ ਛਾਤੀ ਤੇ ਬਹੁਤ ਜ਼ਿਆਦਾ ਹਨ, ਇਹਨਾਂ ਨੂੰ ਕੱਟਣਾ ਪਵੇਗਾ। ਤੇ ਉਹਨੇ ਡਰਦੇ ਡਰਦੇ ਨੇ ਕਿਹਾ ਵੀ ਇਹ ਦੇਖਣ ਨੂੰ ਤੇ ਸਿੱਖ ਹੀ ਲੱਗਦੇ ਹਨ, ਵੀ ਕੱਟਣ ਦੇਣਗੇ ਕਿ ਨਹੀਂ। ਉਹਨੇ ਪਹਿਲਾਂ ਹੀ ਕਹਿ ਦਿੱਤਾ ਵੀ ਇਹ ਕੱਟਣੇ ਪੈਣੇ। मैं कहा कोई नहीं तू कट ला। वो कहता बहुते सिख तो मना कर देंगे हैं भी अं वाल नहीं कट्टन देने, अं चैक ही नहीं कराउणा। मैं इन्हां दा की है, ये फिर आ जाणगे। वो एक पासों थोड़े थोड़े कट्टे, मैं दोवां पासों इक्को जे कट नाले इक्को जे ही आउण। वो थोड़े चिर बाद फिर उदां ही हो। ते वालां दे करके सिक्खी रह जाती, बाहरले पहरावे करके सिक्खी रहिंदी, ककारां करके सिक्खी रह जाती। बड़ी नपुंसक सिक्खी, भेख दी सिक्खी हो गई ना। ਇਹੋ मैं कहना है ना भी बाहर का प्रचार इन्ना गहरा आदमी के अंदर बैठ जाता है ना, जो तुसी रोज़ रोज़ सुनते हो टीवी ते कथा हो रही जां होर किते, वो धीरे 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 तुहाडे बहुत गहरे अंदर बैठ गई गल भी सिक्खी केसां सवासां नाल निभाई। जे केस ना होए तो बस सिक्खी नहीं रहनी। हुण केस रख ले किसी ने, समझ लो तुसी ते पूरे दे पूरे ककार भी पा ले ते नितनेम भी करदा है, पर ध्यान उहदा संसार वल है। उदा ही लोभ है, उदा ही मोह है। परिवार वास्ते सोच रहा है, बच्चों वास्ते सोच रहा है, वो मुक्त हो जाऊगा। हुण जिहड़ा संसार वाल ही सोच रहा है, मुक्त किवें हो जाऊगा? मुक्त तो उही होऊगा ना जिदा मोह ना रह जाएगा, जिदा लोभ ना रह जाएगा, ये पंजे ना रह जाएंगे, कुछ भी ना रह जाएगा। जिदी मैम ना रह जाएगी वो मुक्त होवेगा। हुण देखो जिहड़ा केसां नूं संभाल रहा है, बाहर वालां नूं संभाल रहा है, वो इहदे शरीर तो मुक्त नहीं होया है। उहदा शरीर नाल मोह है, शरीर नूं ही सिख समझ रहा है। शरीर सिख थोड़ी होना है तुहाडा। शरीर ने सिख नहीं होना है, ख्याल विच रखो। वो शरीर दे नाल ही मोह है भी शरीर बिल्कुल इदां दा होवे, इदां दे केस होण, इदां दा सारा शरीर होवे ते सिख हो गए। इदां ही सारे सोचते हैं ना। हिंदू अपने ढंग नाल सोचते हैं, ब्राह्मण कहते हैं सिर ते बोधी होवे। ब्राह्मण बोधी नहीं घटाउंदे हैं मरदे दम तक, उन्होंने बोधी नाल ही प्यार है। किसी नूं किसी नाल प्यार है, किसी नूं किसी नाल मोह है, अपने अपने धर्म मुताबिक। ते शरीर नाल ही मोह है, शरीर नूं ही सिख समझदे। शरीर ना सिख हुंदा है, ना हिंदू हुंदा है, ना मुसलमान हुंदा है। शरीर ने थोड़ी कुछ होना है। शरीर ते सारे इक्को ਜਿਹੇ ਹਨ। इस करके खून भी सारिਆਂ ਨੂੰ देखो एक दूसरे ਦਾ चढ़ ਜਾਂਦਾ है, अंग भी एक दूसरे ਦੇ ਪੈ ਜਾਂਦੇ। अजकल देखो शरीर के पार्ट भी एक दूसरे ਨੂੰ ਪੈ ਜਾਂਦੇ ਹਨ। ਅੱਖਾਂ ਪੈ ਜਾਂਦੀਆਂ, ਹਾਰਟ ਪੈ ਜਾਂਦਾ, दिल पै ਜਾਂਦਾ। तो शरीर ने थोड़ी कुछ होना है।
ਸਰੀਰ ਤੇ ਅਪਵਿੱਤਰ ਹੈ। ਸਰੀਰ ਤੇ ਮਿੱਟੀ ਦਾ ਬਣਿਆ ਹੋਇਆ ਹੈ। ਹਾੜ ਮਾਸ ਨਾੜੀ ਕੋ ਪਿੰਜਰ ਪੰਖੀ ਵਸੇ ਵਿਚਾਰਾ। ਕਿਆ ਮੇਰਾ ਤੇ ਕਿਆ ਤੇਰਾ ਪ੍ਰਾਣ। ਦੇਖੋ, ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ। ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਤੇ ਹੈ ਥੋੜੀ। ਸਰੀਰ ਨਾਲੋਂ ਵੀ ਮੁਕਤ ਹੋਣਾ ਹੈ, ਤੇ ਜਿਹੜਾ ਸਰੀਰ ਨਾਲ ਹੀ ਜੁੜਿਆ ਹੋਇਆ ਹੈ, ਖਿਆਲ ਕਰੋ। ਤੇ ਬਾਹਰੀ ਭੇਖ ਦੇ ਨਾਲ ਬਹੁਤ ਜ਼ਿਆਦਾ ਲੋਕ ਜੁੜ ਜਾਂਦੇ ਹਨ। ਬਾਹਰੀ ਗੱਲਾਂ ਨਾਲ, ਬਾਹਰੀ ਕਥਾ ਕਹਾਣੀਆਂ ਨਾਲ, ਬਸ ਉਹਨਾਂ ਨਾਲ ਜੁੜੇ ਹੋਏ। ਹੁਣ ਇਹਨਾਂ ਨੇ ਬਾਹਰ ਹੀ ਉਹਨਾਂ ਦੇ ਕਕਾਰ ਦੇਖ ਲਏ, ਕਕਾਰ ਪੰਜੇ ਬਿਲਕੁਲ ਠੀਕ ਠਾਕ ਹਨ ਤੇ ਗੁਰੂ ਨੂੰ ਪਿਆਰੇ ਹੋ। ਅੰਦਰ ਤੇ ਕਿਸੇ ਨੇ ਦੇਖਿਆ ਹੀ ਨਹੀਂ। ਅੰਦਰ ਨਹੀਂ ਨਾ ਕੋਈ ਦੇਖਦਾ, ਬਾਹਰ ਬਾਹਰ। ਅੰਦਰ ਕੌਣ ਦੇਖ? ਅੰਦਰ ਕੋਈ ਆਪਣੇ ਗਿਆ ਹੋਵੇ ਤਾਂ ਹੀ ਦੇਖੇ ਨਾ ਉਹਨੂੰ। ਤੇ ਇਹਦਾ ਪ੍ਰਭਾਵ ਵੀ ਪੈਂਦਾ ਹੈ ਲੋਕਾਂ ਤੇ, ਬਾਹਰੋਂ ਜ਼ਿਆਦਾ ਪੈਂਦਾ ਹੈ। ਹੁਣ ਦੇਖੋ ਤੁਸੀਂ, ਅਗਰ ਉਲਟਾ ਕੰਮ ਹੋ ਗਿਆ ਹੁੰਦਾ, ਇਹ ਗਿਆਨੀ ਜੀ ਮੰਨ ਗਏ ਹੁੰਦੇ ਵੀ ਠੀਕ ਆ, ਇਲਾਜ ਕਰੋ, ਉਹਨਾਂ ਦੇ ਕੇਸ ਕੂਸ ਭਾਵੇਂ ਸਾਰੇ ਝੜ ਜਾਂਦੇ। ਅਗਰ ਅੰਦਰੋਂ ਜੁੜੇ ਹੁੰਦੇ ਹਿਰਦੇ ਨਾਲ, ਤੇ ਬਾਹਰੋਂ ਸਤਿਕਾਰ ਨਹੀਂ ਮਿਲਣਾ ਇਹਨਾਂ ਨੂੰ ਸਿੱਖਾਂ ਵੱਲੋਂ, ਪਰ ਅੰਦਰੋਂ ਰੱਬ ਨਾਲ ਪਿਆਰੇ ਹੋ ਜਾਣੇ ਸੀ। ਇਹਨਾਂ ਨੇ ਬਾਹਰੋਂ ਸਤਿਕਾਰ ਪਾਉਣ ਵਾਸਤੇ ਸਾਰਾ ਕੁਛ ਕੀਤਾ ਹੈ। ਵੀ ਸਿੱਖ ਕੀ ਕਹਿਣਗੇ ਵੀ ਅਰਦਾਸ ਦੇ ਵਿੱਚ ਤੇ ਤੁਸੀਂ ਕਹਿੰਦੇ ਹੋ ਸਿੱਖੀ ਦਾਨ, ਕੇਸ ਦਾਨ। ਤੇ ਸਿੱਖਾਂ ਦੇ ਵਿੱਚ ਮਾਣ ਤਾਣ ਬਣਿਆ ਰਵੇ, ਇੱਜ਼ਤ ਬਣੀ ਰਵੇ। ਤੇ ਇੱਜ਼ਤ ਹੀ ਚਾਹੁੰਦਾ ਹੈ ਆਦਮੀ, ਇਹੋ ਹੀ ਹੰਕਾਰ ਹੈ, ਇੱਜ਼ਤ ਮਾਣ ਚਾਹੁੰਦਾ। ਜੇ ਇੱਜ਼ਤ ਮਾਣ ਚਾਹੁੰਦੇ ਹੀ ਨਾ ਹੁੰਦੇ ਤਾਂ ਕਹਿੰਦੇ ਕੋਈ ਗੱਲ ਨਹੀਂ, ਜੇ ਰੱਬ ਨੂੰ ਇਹੋ ਮਨਜ਼ੂਰ ਹੈ ਤੇ ਇਦਾਂ ਹੀ ਠੀਕ ਆ, ਤਾਂ ਕੀ ਹੋਏ। ਤੇ ਲੋਕ ਵੀ ਬਾਹਰੋਂ ਹੀ ਦੇਖਦੇ ਹਨ, ਬਾਹਰੋਂ ਜੁੜੇ ਹੋਏ ਹਨ, ਤੇ ਬਹੁਤ ਬਾਹਰ ਦਾ ਪ੍ਰਭਾਵ ਹੈ, ਬਹੁਤ ਗਹਿਰਾ ਹੈ। ਇਹ ਛੇਤੀ ਛੁੱਟਦਾ ਨਹੀਂ ਹੈ ਬਾਹਰੀ ਧਰਮ, ਖਿਆਲ ਵਿੱਚ ਰੱਖੋ। ਤੇ ਅੰਦਰਲਾ ਧਰਮ ਉਹਨਾਂ ਚਿਰ ਮਿਲਦਾ ਨਹੀਂ ਹੈ ਜਿੰਨਾ ਚਿਰ ਛੁੱਟਦਾ ਨਹੀਂ ਹੈ। ਇਹ ਵੀ ਗੱਲ ਖਿਆਲ ਵਿੱਚ ਰੱਖੋ ਗਹਿਰੀ। ਅਗਰ ਤੁਸੀਂ ਛੱਡਣ ਨੂੰ ਤਿਆਰ ਨਹੀਂ ਹੋ ਨਾ ਇਹ ਬਾਹਰੀ ਧਰਮ ਨੂੰ, ਜੋ ਬਾਹਰ ਹੈ, ਤੇ ਤੁਸੀਂ ਆਪਣੇ ਅੰਦਰ ਨਹੀਂ ਜਾ ਸਕਦੇ ਹੋ, ਕਿਉਂਕਿ ਤੁਸੀਂ ਬਾਹਰ ਹੀ ਬਾਹਰ ਰਹੋਗੇ। ਤੁਸੀਂ ਇਹਨਾਂ ਬਾਹਰੀ ਚੀਜ਼ਾਂ ਦੇ ਨਾਲ ਹੀ ਜੁੜੇ ਰਹੋਗੇ, ਕਿਉਂਕਿ ਇਹ ਬਾਹਰ ਹਨ, ਸਰੀਰ ਤੋਂ ਵੀ ਬਾਹਰ ਹਨ। ਤੇ ਬਾਹਰਲੀਆਂ ਛੱਡ ਕੇ ਬਾਅਦ 'ਚ ਸਰੀਰ ਵੀ ਛੱਡਣਾ ਹੈ, ਅੰਦਰ ਜਾਣਾ ਹੈ। ਤੇ ਅਗਰ ਬਾਹਰਲੇ ਪਹਿਰਾਵੇ ਹੀ ਨਹੀਂ ਛੁੱਟ ਰਹੇ ਹਨ, ਬਾਹਰਲੇ ਭੇਖ ਹੀ ਨਹੀਂ ਛੁੱਟ ਰਿਹਾ ਹੈ, ਬਾਹਰਲੇ ਚਿੰਨ੍ਹ ਹੀ ਨਹੀਂ ਛੁੱਟ ਰਹੇ ਹਨ, ਤੇ ਤੁਸੀਂ ਅੰਦਰ ਕਿਵੇਂ ਜਾਓਗੇ? ਅਗਰ ਵਾਸਤਵਿਕ ਦੇ ਵਿੱਚ ਤੁਸੀਂ ਜਾਣਾ ਹੈ ਨਾ, ਅਧਿਆਤਮ ਦੀ ਯਾਤਰਾ ਕਰਨੀ ਹੈ, ਤੇ ਖਿਆਲ ਵਿੱਚ ਰੱਖੋ ਇਹ ਬਾਹਰੀ ਜਿਹੜੇ ਹਨ ਉਪਯੋਗੀ ਹਨ। ਐਸਾ ਨਹੀਂ ਹੈ ਬਿਲਕੁਲ ਉਪਯੋਗੀ ਨਹੀਂ ਹਨ। ਪਹਿਲੇ ਪਹਿਲ ਅਗਰ ਕਿਸੇ ਨੂੰ ਲਾਉਣਾ ਹੋਵੇ, ਚਲਾਉਣਾ ਹੋਵੇ, ਤੇ ਬਾਹਰੀ ਭੇਖ ਉਹਦੇ ਵਾਸਤੇ ਸਹਿਯੋਗੀ ਹੁੰਦਾ ਹੈ। ਜਿਵੇਂ ਐਵੇਂ ਸਮਝ ਲਵੋ ਕਿ ਕਈ ਲੋਕ ਜਿਹੜੇ ਹਨ ਉਹ ਬਹੁਤੇ ਵਿਗੜੇ ਹੋਏ ਹੁੰਦੇ ਹਨ, ਤੇ ਉਹਨਾਂ ਦਾ ਖਾਣ ਵੱਲੋਂ ਪੀਣ ਵੱਲੋਂ ਵੀ ਪਰਹੇਜ਼ ਨਹੀਂ ਹੁੰਦਾ, ਤੇ ਜੋ ਕੁਛ ਹੈ ਉਹ ਖਾਈ ਜਾਂਦੇ, ਪੀ ਜਾਂਦੇ।
ਤੇ ਭਟਕਦੇ ਹਨ ਸੰਸਾਰ ਦੇ ਵਿੱਚ, ਖਾਣ ਪੀਣ ਬਦਲ। ਤਾਂ ਉਹਨਾਂ ਦਾ ਬਾਹਰੋਂ ਛਡਾਉਣ ਵਾਸਤੇ ਥੋੜ੍ਹਾ ਜਿਹਾ ਉਹਨਾਂ ਨੂੰ ਖਿਆਲ ਵਿੱਚ ਆ ਸਕੇ ਵੀ ਅਸੀਂ ਧਾਰਮਿਕ ਹਾਂ। ਵੀ ਧਰਮ ਸਾਡਾ ਕੀ ਕਹਿੰਦਾ ਹੈ, ਧਰਮ ਵਾਲੇ ਪਾਸੇ ਨੂੰ ਮੁੜਨ, ਥੋੜ੍ਹਾ ਜਿਹਾ ਖਿਆਲ ਕਰਨ, ਧਾਰਮਿਕ ਉਪਦੇਸ਼ ਨੂੰ ਪੜ੍ਹਨ ਸੁਣਨ, ਇਸ ਪਾਸੇ ਵੱਲ ਲੱਗਣ ਤੇ ਸਹਿਯੋਗੀ ਹੈ। ਫਿਰ ਧਾਰਮਿਕ ਪਹਿਰਾਵਾ ਪਾਇਆ ਹੋਵੇ ਤੇ ਸਾਰੇ ਦੇਖਦੇ ਵੀ ਹਨ। ਅਗਰ ਤੁਸੀਂ ਗਲਤ ਪਾਸੇ ਗਏ ਤੇ ਅਗਲੇ ਨੇ ਵਰਜਣਾ ਵੀ ਹੈ। ਡਰ ਵੀ ਲੱਗਦਾ ਵੀ ਲੋਕ ਦੇਖ ਰਹੇ ਹਨ ਵੀ ਧਾਰਮਿਕ ਹੋ ਕੇ ਗਲਤ ਕੰਮ ਕਰਦਾ। ਭਾਵੇਂ ਲੋਕ ਨਾਮ ਹੀ ਧਾਰਮਿਕ ਹੋਣ ਆਪ, ਪਰ ਦੂਸਰੇ ਨੂੰ ਦੇਖ ਕੇ ਤੇ ਉਹਨੂੰ ਤੇ ਸੁਧਾਰਦੇ ਹੀ ਦਿੰਦੇ ਹਨ ਵੀ ਤੂੰ ਧਾਰਮਿਕ ਹੋ ਕੇ ਐਸਾ ਗਲਤ ਕੰਮ ਕਰਦਾ ਜਿਹੜਾ ਧਰਮ ਦੇ ਵਿੱਚ ਨਹੀਂ, ਅਨੁਕੂਲ ਨਹੀਂ, ਵਰਜਿਆ ਹੈ। ਤੇ ਆਦਮੀ ਧਾਰਮਿਕ ਪਹਿਰਾਵੇ ਕਰਕੇ ਹੀ ਉੱਧਰ ਨੂੰ ਨਹੀਂ ਜਾਂਦਾ, ਰੁਕ ਜਾਂਦਾ ਹੈ, ਬਚ ਜਾਂਦਾ ਤੇ ਸਹਿਯੋਗੀ ਹੈ ਥੋੜ੍ਹਾ ਜਿਹਾ। ਪਹਿਲੀਆਂ ਕਲਾਸਾਂ ਵਾਸਤੇ, ਜਿਵੇਂ ਪਹਿਲੀਆਂ ਕਲਾਸਾਂ ਦੇ ਵਿੱਚ ਬੱਚਿਆਂ ਨੂੰ ਵਰਦੀਆਂ ਦਿੱਤੀਆਂ ਜਾਂਦੀਆਂ ਹਨ ਸਕੂਲ ਦੇ ਵਿੱਚ ਪਾਉਣ ਵਾਸਤੇ, ਵੀ ਉਹਨਾਂ ਨੂੰ ਖਿਆਲ ਬਣਿਆ ਰਵੇ ਵੀ ਅਸੀਂ ਸਕੂਲੇ ਚੱਲੇ ਹਾਂ, ਸਕੂਲ ਦੀ ਵਰਦੀ ਪਾਈ, ਸਕੂਲ ਦੇ ਨਿਯਮ ਮੁਤਾਬਕ ਰਹਿਣਾ ਹੈ, ਉੱਠਣਾ ਹੈ, ਬਹਿਣਾ ਹੈ, ਉਹਨਾਂ ਨੂੰ ਖਿਆਲ ਬਣਿਆ ਰਵੇ। ਇਸ ਕਰਕੇ ਵਰਦੀ ਪਵਾਈ ਜਾਂਦੀ ਹੈ ਨਾ। ਇੱਦਾਂ ਹੀ ਧਾਰਮਿਕ ਪਹਿਰਾਵਾ ਹੈ, ਲਿਬਾਸ ਹੈ, ਚਿੰਨ੍ਹ ਹਨ, ਖਿਆਲ ਬਣਿਆ ਰਵੇ ਵੀ ਅਸੀਂ ਧਾਰਮਿਕ ਹਾਂ। ਪਰ ਇੰਨਾ ਖਿਆਲ ਬਣੇ ਰਹਿਣ ਨਾਲ ਧਾਰਮਿਕ ਹੋ ਥੋੜ੍ਹੀ ਜਾਂਦੇ ਹੋ। ਤੁਸੀਂ ਸਿੱਖ ਹੋ, ਇਹ ਖਿਆਲ ਬਣ ਗਿਆ, ਹੁਣ ਸਿੱਖ ਹੋ ਥੋੜ੍ਹੀ ਗਏ। ਸਿੱਖ ਹੋਣਾ ਹੈ ਤੇ ਸਿੱਖ ਕਿਵੇਂ ਹੋਵੋਗੇ? ਗੁਰੂ ਦੀ ਸਿੱਖਿਆ ਨੂੰ ਸੁਣ ਕੇ, ਸਮਝ ਕੇ, ਅਮਲ ਕਰਕੇ ਹੋਊਗੇ ਨਾ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲਗਾਵੇ। ਸਿੱਖੀ ਨੂੰ ਸਿੱਖਣਾ ਹੈ, ਉਪਦੇਸ਼ ਨੂੰ ਗ੍ਰਹਿਣ ਕਰਨਾ ਹੈ, ਉੱਤੇ ਅਮਲ ਕਰਨਾ ਹੈ। ਪਰ ਅਮਲ ਕਰੋ ਹੀ ਨਾ ਤੁਸੀਂ। ਸਿੱਖਿਆ ਨੂੰ ਪੜ੍ਹ ਲਓ ਤਾਂ ਵੀ ਸਿੱਖ ਨਹੀਂ ਹੋਏ। ਇੱਦਾਂ ਹੀ ਤਾਂ ਕਰ ਰਹੇ ਹਨ ਲੋਕ। ਅਮਲ ਕਿੱਥੇ ਕਰਦੇ ਆ? ਸਿਰਫ ਪੜ੍ਹਦੇ ਹੀ ਹਨ ਨਾ। ਤੇ ਇਹ ਜਿਹੜੇ ਗ੍ਰੰਥੀ ਸਿੰਘ ਹਨ, ਇਹ ਵੀ ਪੜ੍ਹ ਹੀ ਰਹੇ ਹਨ। ਜੇ ਅਮਲ ਵਿੱਚ ਲਿਆਂਦੀ ਜਾਵੇ ਤੇ ਫਿਰ ਪੜ੍ਹਨ ਦੀ ਲੋੜ ਨਹੀਂ ਹੈ ਨਾ। ਖਿਆਲ ਵਿੱਚ ਰੱਖੋ, ਜਿਹੜਾ ਅਮਲ ਵਿੱਚ ਲੈ ਆਉਂਦਾ ਹੈ ਨਾ, ਉਹ ਫਿਰ ਪੜ੍ਹਦਾ ਨਹੀਂ, ਪਾਠ ਨਹੀਂ ਕਰਦਾ ਹੈ। ਪਾਠ ਕਰਨ ਦੀ ਕੀ ਲੋੜ ਹੈ ਫਿਰ? ਹੁਣ ਜਿਹੜੀ ਗੱਲ ਅਮਲ ਵਿੱਚ ਆ ਗਈ, ਤੁਹਾਡੇ ਜੀਵਨ ਵਿੱਚ ਵਸ ਗਈ, ਉਹਨੂੰ ਦੁਹਰਾਉਣ ਦੀ ਕੀ ਲੋੜ ਹੈ ਫਿਰ? ਦੁਹਰਾ ਤੇ ਉਹ ਹੀ ਰਿਹਾ ਜੇ ਅਮਲ ਵਿੱਚ ਨਹੀਂ ਆਈ। ਪਾਠ ਕਰ ਰਹੇ ਆ, ਫਿਰ ਪਾਠ ਕਰਨ ਦੀ ਲੋੜ ਥੋੜ੍ਹੀ ਹੁੰਦੀ ਹੈ। ਜੋ ਅਮਲ ਵਿੱਚ ਆ ਜਾਂਦਾ ਹੈ ਨਾ, ਫਿਰ ਉਹ ਜੀਵਨ 'ਚ ਆ ਜਾਂਦਾ ਹੈ। ਜੋ ਜੀਵਨ 'ਚ ਆ ਜਾਂਦਾ ਹੈ, ਉਹਨੂੰ ਫਿਰ ਬਾਹਰੋਂ ਦੁਹਰਾਉਣ ਦੀ ਲੋੜ ਨਹੀਂ ਪੈਂਦੀ। ਉਹ ਅੰਦਰੋਂ ਖਿਆਲ ਵਿੱਚ ਬਣਿਆ ਰਹਿੰਦਾ ਹੈ। ਇਹ ਖਿਆਲ ਵਿੱਚ ਰੱਖੋ। ਤੇ ਜਿਹੜੇ ਪਾਠ ਹੀ ਕਰ ਰਹੇ ਹਨ, ਕੂੜ ਰਾਜਾ ਕੂੜ, ਪਰਜਾ ਕੂੜ, ਸਭ ਸੰਸਾਰ, ਹੁਣ ਪੜ੍ਹਤੇ ਰਹੇ ਹਨ ਤੇ ਜਾ ਕੂੜ ਵੱਲ ਰਹੇ ਹਨ। ਕੂੜ ਵਾਸਤੇ ਹੀ ਪੜ੍ਹ ਰਹੇ ਹਨ। ਦੇਖੋ ਕਮਾਲ ਦੀ ਗੱਲ, ਕੂੜ ਵਾਸਤੇ ਹੀ ਪੜ੍ਹਾ ਰਹੇ ਹਨ। ਉੱਥੇ ਅੰਮ੍ਰਿਤਸਰ ਦਰਬਾਰ ਸਾਹਿਬ 4 ਚੁਫੇਰੇ ਪਾਠ ਰੱਖੇ ਹੋਏ ਆ, ਉਹ ਕਾਹਦੇ ਵਾਸਤੇ ਹਨ? ਕੂੜ ਵਾਸਤੇ। ਸੰਸਾਰੀ ਲੋਕ ਪਾਠ ਰਖਾ ਰਹੇ ਹਨ, ਕਾਹਦੇ ਵਾਸਤੇ? ਸੰਸਾਰ ਵਾਸਤੇ। ਸੰਸਾਰ ਤੇ ਕੂੜ ਹੀ ਹੈ, ਝੂਠ ਹੀ ਹੈ। ਕੂੜ ਦੇ ਨਾਲ ਨੇਹੋ ਲੱਗਾ, ਕੂੜ ਕੂੜੇ ਨੇਹੋ ਲੱਗਾ, ਵਿਸਰਿਆ ਕਰਤਾਰ। ਸੰਸਾਰ ਦੇ ਨਾਲ ਨੇਹੋ ਲੱਗ ਗਿਆ ਤੇ ਕਰਤਾਰ ਵਿਸਰਿਆ। ਕਰਤਾਰ ਕਿਵੇਂ ਵਿਸਰਿਆ? ਸੰਸਾਰ ਨਾਲ ਨੇਹੋ ਲੱਗਾ, ਕੂੜ ਦੇ ਨਾਲ ਨੇਹੋ ਲੱਗ ਗਿਆ। ਹੁਣ ਤੇ ਗੁਰੂ ਕੁਝ ਕਹਿ ਰਿਹਾ ਹੈ ਤੇ ਸਿੱਖ ਕੁਝ ਕਰ ਰਹੇ ਹਨ। ਗੁਰੂ ਕਹਿ ਰਿਹਾ ਹੈ ਵੀ ਕੂੜ ਨਾਲੋਂ ਧਿਆਨ ਹਟਾਓ
ਇਹ ਉਪਦੇਸ਼ ਹੈ, ਪਰ ਉਹ ਉਪਦੇਸ਼ ਕੂੜ ਵਾਸਤੇ ਪੜ੍ਹਿਆ ਜਾ ਰਿਹਾ ਹੈ, ਝੂਠ ਵਾਸਤੇ। ਜਗ ਰਚਨਾ ਸਭ ਝੂਠ ਹੈ, ਜਾਣ ਲੈ ਹੋ ਰੇ ਮੀਤ। ਪੜ੍ਹਦੇ ਹਨ ਕਾਹਦੇ ਵਾਸਤੇ? ਝੂਠ ਵਾਸਤੇ। ਦੇਖੋ ਉਲਟਾ ਹੀ ਕੰਮ ਹੈ। ਗੁਰੂ ਦੀ ਨਿਰਾਦਰੀ ਕਰੀ ਜਾਂਦੇ ਹਨ, ਕਿੰਨਾ ਅਪਮਾਨ ਕਰ ਰਹੇ ਹਨ ਸਿੱਖ ਗੁਰੂ ਦਾ ਹੀ। ਉਹੋ ਹੀ ਉਪਦੇਸ਼ ਪੜ੍ਹ ਕੇ ਤੇ ਜੋ ਪੜ੍ਹ ਰਹੇ ਹਨ ਉਹ ਤੋਂ ਉਲਟਾ ਕੰਮ ਕਰ ਰਹੇ ਹਨ। ਤੇ ਪੜ੍ਹਨ ਕਰਕੇ ਹੀ ਥੋੜ੍ਹੀ, ਉਹਦੇ ਤੇ ਅਮਲ। ਕੂੜ ਹੈ ਤੇ ਕੂੜ ਦਾ ਚਿੰਤਨ ਨਾ ਹੋਵੇ। ਜਿਹੜਾ ਜਾਣ ਲੈਂਦਾ ਉਹ ਚਿੰਤਨ ਕਰਦਾ ਹੀ ਨਹੀਂ, ਸੋਚਣਾ ਹੀ ਕਿਉਂ? ਜਿਹੜਾ ਕੂੜ ਹੈ, ਝੂਠ ਹੈ, ਉਹਦੇ ਬਾਰੇ ਕਿਉਂ ਸੋਚਣਾ? ਜਿਹੜਾ ਝੂਠ ਹੀ ਹੈ, ਸੋਚੋ ਤੁਸੀਂ ਉਹਦੇ ਬਾਰੇ। ਤੁਸੀਂ ਸੋਚੋਗੇ, ਤੁਸੀਂ ਸੋਚ ਰਹੇ ਹੋ, ਤੁਹਾਨੂੰ ਝੂਠ ਲੱਗ ਨਹੀਂ ਰਿਹਾ। ਜਿਨ੍ਹਾਂ ਨੂੰ ਨਹੀਂ ਲੱਗ ਰਿਹਾ ਉਹ ਸੋਚ ਰਹੇ ਹਨ। ਤੇ ਸੰਸਾਰ ਤੇ ਝੂਠ ਹੈ ਹੀ। ਹਾਂ, ਜਿਹੜਾ ਧਾਰਮਿਕ ਪਹਿਰਾਵਾ ਇਹ ਸੱਚ ਹੈ, ਇਹ ਵੀ ਝੂਠ ਹੀ ਹੈ। ਦ੍ਰਿਸ਼ਟਮਾਨ ਹੈ ਸਗਲ ਮਥੇਨ। ਸਰੀਰ ਵੀ ਝੂਠ ਹੀ ਹੈ, ਸਰੀਰ ਦਾ ਵੀ ਚਿੰਤਨ ਨਹੀਂ ਕਰਨਾ। ਵਾਲਾਂ ਦਾ ਹੀ ਚਿੰਤਨ, ਕੇਸਾਂ ਦਾ ਹੀ ਚਿੰਤਨ ਕਰੀ ਜਾਂਦੇ। ਬਾਹਰ ਹੀ ਬਾਹਰ, ਬਾਹਰ ਹੀ ਬਾਹਰ ਧਿਆਨ ਲੱਗਾ ਹੋਇਆ, ਤੇ ਸਭ ਕੁਝ ਝੂਠ ਹੈ। ਝੂਠ ਦਾ ਚਿੰਤਨ ਨਹੀਂ ਹੁੰਦਾ ਫਿਰ ਜਿਹੜਾ ਜਾਣ ਲੈਂਦਾ ਹੈ। ਤਾਂ ਉਹਨੂੰ ਫਿਰ ਪੜ੍ਹਨ ਦੀ ਕੀ ਲੋੜ ਹੈ? ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਉਹਨੇ ਤੇ ਜਾਣ ਲਿਆ, ਧਿਆਨ ਹਟ ਗਿਆ, ਉਹ ਫਿਰ ਪੜ੍ਹਦਾ ਥੋੜ੍ਹੀ। ਪੜ੍ਹਦੇ ਤੇ ਉਹ ਹਨ ਜਿਨ੍ਹਾਂ ਨੇ ਜਾਣਿਆ ਨਹੀਂ, ਤੇ ਕੂੜ ਵਾਸਤੇ ਹੀ ਪੜ੍ਹੀ ਜਾਂਦੇ। ਕਿੱਡਾ ਅਮੋਲਕ ਉਪਦੇਸ਼ ਹੈ। ਸੰਸਾਰ ਚੋਂ ਨਿਕਲਣ ਵਾਸਤੇ ਉਪਦੇਸ਼ ਦਿੱਤਾ ਹੈ, ਤੇ ਲੋਕ ਸੰਸਾਰ 'ਚ ਫਸਣ ਵਾਸਤੇ ਪੜ੍ਹ ਰਹੇ। ਦੇਖੋ, ਸੰਸਾਰ ਚੋਂ ਮੁਕਤ ਹੋਣ ਵਾਸਤੇ ਉਪਦੇਸ਼ ਦਿੰਦੇ ਹਨ ਸਤਿਪੁਰਸ਼, ਤੇ ਜਿਹੜੇ ਪੜ੍ਹ ਰਹੇ ਹਨ ਉਹ ਸੰਸਾਰ 'ਚ ਫਸ ਰਹੇ ਹਨ, ਫਸਣ ਵਾਸਤੇ ਪੜ੍ਹ ਰਹੇ ਹਨ। ਉਲਟਾ ਹੀ ਹੋ ਰਿਹਾ ਹੈ ਨਾ। ਤੇ ਬਾਹਰੀ ਜੋ ਧਾਰਮਿਕ ਚਿੰਨ੍ਹ ਹਨ, ਧਾਰਮਿਕ ਮਰਿਆਦਾ ਹੈ, ਧਾਰਮਿਕ ਨਿਯਮ ਹਨ, ਇਹ ਬਾਹਰ ਹੀ ਰਹਿ ਜਾਂਦੇ ਹਨ ਜਦੋਂ ਕੋਈ ਗੁਰਮੁਖ ਪਿਆਰਾ ਅੰਦਰ ਦੀ ਯਾਤਰਾ ਕਰਦਾ ਹੈ। ਖਿਆਲ ਵਿੱਚ ਰੱਖਿਓ, ਅਗਰ ਕੋਈ ਬਾਹਰੋਂ ਇਹਨਾਂ ਨੂੰ ਨਹੀਂ ਛੱਡਦਾ ਹੈ, ਉਹ ਅੰਦਰ ਦੀ ਯਾਤਰਾ ਨਹੀਂ ਕਰ ਪਾਉਂਦਾ ਹੈ। ਉਹ ਫਿਰ ਦੁਬਿਧਾ ਦੇ ਵਿੱਚ ਰਹਿੰਦਾ ਹੈ, ਨਾ ਘਰ ਦਾ ਨਾ ਘਾਟ ਦਾ ਕਹਿੰਦੇ ਹਨ ਨਾ, ਨਾ ਬਾਹਰ ਦਾ ਨਾ ਅੰਦਰ ਦਾ। ਤੇ ਬਾਹਰੀ ਸਹਿਯੋਗੀ ਹੈ, ਬਾਹਰੀ ਧਰਮ ਪਹਿਲੇ ਪਹਿਲ, ਪਰ ਪਹਿਲੇ ਪਹਿਲ ਸਹਿਯੋਗੀ, ਬਾਅਦ ਦੇ ਵਿੱਚ ਇਹੋ ਹੀ ਰੁਕਾਵਟ ਵੀ ਬਣ ਜਾਂਦਾ ਹੈ। ਬਹੁਤੇ ਦੇ ਬਣਿਆ ਹੋਇਆ ਹੈ, ਕਿਉਂਕਿ ਇਹਦੇ ਨਾਲ ਹੀ ਮੋਹ ਹੋ ਜਾਂਦਾ। ਆਹ ਦੇਖੋ, ਵਾਲਾਂ ਦੇ ਨਾਲ ਹੀ ਮੋਹ ਹੋ ਗਈ, ਕਮਾਲ ਦੀ ਗੱਲ। ਤੇ ਰੋਜ਼ ਹੀ ਝੜਦੇ ਹਨ, ਰੋਜ਼ ਟੁੱਟ ਜਾਂਦੇ ਹਨ। ਤੇ ਸਰੀਰ ਦਾ ਹੀ ਇੱਕ ਅੰਗ ਹੈ, ਸਾਰੇ ਸਰੀਰ ਤੇ ਵੀ ਵਾਲ ਹਨ। ਤੇ ਝੜਦੇ ਰਹਿੰਦੇ ਹਨ, ਉੱਗਦੇ ਰਹਿੰਦੇ ਹਨ, ਟੁੱਟਦੇ ਰਹਿੰਦੇ ਹਨ, ਨਵੇਂ ਆਉਂਦੇ ਰਹਿੰਦੇ ਹਨ। ਇਹ ਤੇ ਨੈਚੁਰਲ ਹੈ। ਹਾਂ, ਇਹ ਜ਼ਰੂਰ ਹੈ ਵੀ ਜਿਸ ਤਰ੍ਹਾਂ ਦਾ ਪ੍ਰਮਾਤਮਾ ਨੇ ਸਰੀਰ ਦਿੱਤਾ ਹੈ, ਸਰੀਰ ਦੇ ਉੱਤੇ ਵਾਲ ਦਿੱਤੇ ਹਨ, ਠੀਕ ਹੈ। ਜਿਹੜਾ ਪ੍ਰਭੂ ਦਾ ਪਿਆਰਾ ਹੈ, ਉਹ ਬਹੁਤਾ ਨਹੀਂ ਸਰੀਰ ਨੂੰ ਸਜਾਉਣ ਵਾਸਤੇ ਇਹ ਵਾਲਾਂ ਨੂੰ ਕੱਟਦਾ, ਬਣਾਉਂਦਾ, ਦਿਖਾਉਂਦਾ। ਉਹ ਕਹਿੰਦਾ ਹੈ ਜਿਸ ਤਰ੍ਹਾਂ ਦਾ ਰੱਬ ਨੇ ਬਣਾਇਆ ਠੀਕ। ਉਹਨੇ ਅਗਰ ਕੇਸ ਦਿੱਤੇ ਹਨ ਜਿੱਥੇ ਜਿੱਥੇ ਸਰੀਰ ਤੇ, ਠੀਕ ਹੀ ਦਿੱਤੇ ਹੋਣ, ਉਹ ਫਿਰ ਉੱਦਾਂ ਦਾ ਹੀ ਰਹਿੰਦਾ, ਉਹ ਸੁਭਾਵਿਕ ਰਹਿੰਦਾ। ਪਰ ਇਹ ਵੀ ਨਹੀਂ ਹੈ ਵੀ ਉਹ ਮੋਹ ਦੇ ਨਾਲ ਹੀ ਬੱਝਾ ਹੋਇਆ ਹੈ ਵੀ ਇਹ ਵਾਲਾਂ ਤੋਂ ਬਗੈਰ ਮੈਂ ਸਿੱਖ ਨਹੀਂ ਰਹਿਣਾ ਜਾਂ ਮੈਂ ਪ੍ਰਭੂ ਦਾ ਪਿਆਰਾ ਨਹੀਂ ਰਹਿਣਾ। ਨਹੀਂ, ਉਹ ਤਾਂ ਕਹਿੰਦਾ ਹੈ ਮੇਰਾ ਸਰੀਰ ਵੀ ਨਾ ਰਵੇ ਤਾਂ ਵੀ, ਇਹ ਤਾਂ ਕੁਛ ਵੀ ਨਹੀਂ ਹੈ।
ਉਹ ਇਹਦੇ ਨਾਲ ਜੁੜਿਆ ਨਹੀਂ ਹੈ। ਸਰੀਰ ਨਾਲੋਂ ਵੀ ਮੋਹ ਤੋੜਨਾ ਹੈ। ਸਰੀਰ ਸਿੱਖ ਨਹੀਂ ਹੋਵੇਗਾ ਤੁਹਾਡਾ, ਖਿਆਲ ਵਿੱਚ ਰੱਖੋ। ਸਰੀਰ ਕਰਕੇ ਸਿੱਖ ਨਹੀਂ ਹੋਣਾ, ਅੰਦਰੋਂ ਸਿੱਖਿਆ ਹਾਸਲ ਕਰਨੀ ਹੈ। ਬਾਹਰੋਂ ਸਰੀਰ ਸਹਿਯੋਗੀ ਹੋ ਸਕਦਾ ਹੈ, ਪਰ ਸਰੀਰ ਦੇ ਤਲ ਤੇ ਸਿੱਖੀ ਨਹੀਂ ਹੈ ਵੀ ਬਾਹਰ ਹੀ ਕਕਾਰ ਪਾ ਲੇ ਤੇ ਉਹੋ ਹੀ ਸਾਰੀ ਜ਼ਿੰਦਗੀ ਸੰਭਾਲਦੇ ਰਹੇ, ਉਹੋ ਹੀ ਮਰਿਆਦਾ ਸੰਭਾਲਦੇ ਰਹੇ ਤੇ ਸਿੱਖ ਹੋ ਗਏ। ਨਹੀਂ, ਅੰਦਰ ਸਿੱਖ ਹੋਣਾ ਹੈ, ਅੰਦਰੋਂ ਸਿੱਖਣਾ ਹੈ ਕਿ ਸੰਸਾਰ ਦੇ ਵਿੱਚੋਂ ਕਿਵੇਂ ਮੁਕਤ ਹੋਣਾ ਹੈ। ਕੀ ਸਿੱਖਣਾ ਹੈ? ਸੰਸਾਰ ਚੋਂ ਮੁਕਤ ਹੋਣ ਵਾਸਤੇ ਸਿੱਖਣਾ ਹੈ, ਸੰਸਾਰ ਨੂੰ ਭੁਲਾਉਣ ਵਾਸਤੇ ਸਿੱਖਣਾ ਹੈ। ਸੰਸਾਰ ਚੋਂ ਹੀ ਹੋਣਾ ਨਾ ਮੁਕਤ, ਸੰਸਾਰ ਤੋਂ ਛੁਟਕਾਰੇ ਵਾਸਤੇ ਸਿੱਖਣਾ ਹੈ, ਆਵਾਗਾਉਣ ਤੋਂ ਮੁਕਤ ਹੋਣ ਵਾਸਤੇ ਸਿੱਖਣਾ ਹੈ। ਕਿਵੇਂ ਹੋਈ ਇਹ ਬੰਧਨ ਤੋਂ ਮੁਕਤ, ਕਿਵੇਂ ਹੋਈ, ਇਹੋ ਹੀ ਸਿੱਖਣਾ। ਤੇ ਜਿਹੜਾ ਸਿੱਖਣ ਨੂੰ ਤਿਆਰ ਹੈ ਅੰਦਰੋਂ ਵੀ ਬੰਧਨ ਮੁਕਤ ਹੋਣਾ ਹੈ, ਤਾਂ ਉਹੀ ਸਿੱਖ ਹੋਵੇਗਾ। ਤੇ ਜਿਹੜਾ ਅੰਦਰੋਂ ਤਿਆਰ ਹੈ, ਬੰਧਨ ਕੀ ਹੈ? ਇਹੋ ਹੀ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਤੁਹਾਡੇ ਬਾਹਰ ਸੰਸਾਰ ਨਾਲ ਜੋੜ, ਮੋਹ ਕਰਕੇ ਜੁੜੇ ਹੋਏ ਹੋ, ਲੋਭ ਕਰਕੇ ਜੁੜੇ ਹੋਏ ਹੋ, ਕਾਮ ਕਰਕੇ ਜੁੜੇ ਹੋਏ। ਇਹਨਾਂ ਨੂੰ ਤਿਆਗਣਾ। ਕਾਮ, ਕ੍ਰੋਧ, ਲੋਭ ਤਿਆਗਨ ਅਨੇਕਾ, ਇਹੋ ਚੰਗਾ ਕਹਿੰਦੇ, ਇਹਨੂੰ ਤਿਆਗੋ। ਜਦੋਂ ਇਹਨਾਂ ਨੂੰ ਤਿਆਗਤਾ ਤਾਂ ਸੰਸਾਰ ਆਪੇ ਤਿਆਗਿਆ ਗਿਆ, ਕਿਉਂਕਿ ਇਹਨਾਂ ਦੁਆਰਾ ਇਹ ਸੰਸਾਰ ਹੈ। ਅਗਰ ਮੋਹ ਨਾ ਹੋਵੇ ਤੁਹਾਡੇ ਕਿਸੇ ਨਾਲ ਵੀ, ਤੁਹਾਡਾ ਆਪਣਾ ਪਰਾਇਆ ਹੀ ਨਹੀਂ ਹੋਵੇਗਾ ਕੋਈ। ਕਿਹਨੂੰ ਕਹੋਗੇ ਆਪਣਾ, ਕਿਹਨੂੰ ਕਹੋਗੇ ਪਰਾਇਆ? ਜੇ ਮੋਹ ਹੀ ਨਾ ਹੋਵੇ ਫਿਰ ਤਾਂ ਖਤਮ ਹੋ ਗਿਆ। ਜੇ ਲੋਭ ਨਾ ਹੋਵੇ ਤੇ ਫਿਰ ਤੁਸੀਂ ਭੱਜੇ ਫਿਰੋਗੇ ਸੰਸਾਰ ਵਿੱਚ। ਜੇ ਕਾਮਨਾ ਨਾ ਹੋ ਤਾਂ ਸੰਸਾਰ ਵੱਲੋਂ ਹਟ ਗਿਆ ਨਾ। ਤੇ ਇਹਦਾ ਕਰਕੇ ਸੰਸਾਰ ਵਿੱਚ ਜੁੜੇ ਹੋਏ, ਉਧਰੋਂ ਹਟਾਉਣਾ ਹੈ ਧਿਆਨ, ਅੰਦਰ ਨੂੰ ਆਉਣਾ ਹੈ। ਤੇ ਅਗਰ ਇਹ ਬਾਹਰ ਧਾਰਮਿਕ ਪਹਿਰਾਵੇ ਤੇ ਧਾਰਮਿਕ ਚਿੰਨ੍ਹਾਂ ਤੇ ਧਾਰਮਿਕ ਰਹੁ ਰੀਤੀ ਤੇ ਇੱਥੇ ਵੀ ਜੁੜਿਆ ਰਵੇ ਤਾਂ ਵੀ ਬਾਹਰ ਹੀ ਜੁੜਿਆ ਹੋਇਆ। ਲੋਕਾਚਾਰ, ਲੋਕਾ ਰੀਤ, ਇਹ ਜੋ ਕੁਛ ਵੀ ਹੈ ਬਾਹਰ ਸਿਖਾਇਆ ਹੋਇਆ, ਤੇ ਫਿਰ ਵੀ ਬਾਹਰ ਹੀ ਉਲਝਿਆ ਰਵੇ। ਤੇ ਬਾਹਰੋਂ ਦਿਖਾਵੇ ਦੀ ਸਿੱਖੀ, ਪਹਿਰਾਵੇ ਦੀ ਸਿੱਖੀ, ਇਸੇ ਕਰਕੇ ਪਹਿਰਾਵੇ ਦੀ ਸਿੱਖੀ ਜ਼ਿਆਦਾ ਹੈ। ਪ੍ਰਭਾਵਿਤ ਹੁੰਦੇ ਹਨ ਲੋਕ। ਹੁਣ ਜਿਹੜਾ ਬਾਹਰੋਂ ਕੁਛ ਦਿਖਦਾ ਹੀ ਨਹੀਂ ਹੈ, ਧਾਰਮਿਕ ਹੀ ਨਹੀਂ ਦਿਖਦਾ, ਉੱਤੇ ਪ੍ਰਭਾਵਿਤ ਕਿਵੇਂ ਹੋਣਗੇ? ਸਗੋਂ ਖਿਆਲ ਰੱਖਿਓ ਇੱਕ ਗੱਲ, ਤੇ ਜਿਹੜਾ ਵਾਸਤਵਿਕ ਦੇ ਵਿੱਚ ਜਾਗਰਤ ਪੁਰਸ਼ ਹੋਵੇਗਾ ਨਾ, ਉਹ ਬਾਹਰੋਂ ਦਿਖਾਵੇਗਾ ਹੀ ਨਹੀਂ ਕੁਛ ਮੈਂ ਧਾਰਮਿਕ ਹਾਂ। ਉਹਨੂੰ ਸਿਆਣਨਾ ਵੀ ਔਖਾ ਹੋਵੇਗਾ, ਉਹਨੂੰ ਕੋਈ ਵੀ ਨਹੀਂ ਸਿਆਣੇਗਾ। ਜੇ ਸਿਆਣ ਵਿੱਚ ਆਵੇਗਾ ਵੀ ਤੇ ਉਹਨੂੰ ਤੁਹਾਨੂੰ ਪਤਾ ਨਾ ਲੱਗੇਗਾ ਵੀ ਇਹ ਸਿੱਖ ਵਾ, ਹਿੰਦੂ ਆ ਕਿ ਮੁਸਲਮਾਨ, ਕੌਣ ਹੈ। ਬਿਨਾਂ ਸਿਰ ਤੇ ਪੱਗ ਬੰਨ੍ਹਦਾ ਹੈ, ਨਾ ਉੱਦਾਂ ਦਾ ਸਿੱਖਾਂ ਵਰਗਾ ਲੱਗਦਾ ਹੈ, ਤੋ ਦਿਖਾਵੰਦਾ ਨਹੀਂ ਹੈ, ਕਿਉਂਕਿ ਜੁੜਿਆ ਹੋਇਆ ਕਿਤੇ ਨਹੀਂ ਹੈ ਬਾਹਰ। ਤੇ ਬਾਹਰੋਂ ਜੋੜ ਤੋੜਨਾ ਹੈ, ਖਿਆਲ ਵਿੱਚ ਰੱਖੋ। ਤੇ ਅਗਰ ਤੁਸੀਂ ਸੋਚਦੇ ਰਹੇ ਨਾ ਵੀ ਇਹ ਕੇਸਾਂ ਦੇ ਨਾਲ ਹੀ ਸਿੱਖੀ ਨਿਭਣੀ ਹੈ ਜਾਂ ਇਹ ਕਕਾਰਾਂ ਦੇ ਨਾਲ ਹੀ ਨਿਭਣੀ ਹੈ, ਇਹਨਾਂ ਨੂੰ ਹੀ ਸੰਭਾਲਦੇ ਰਹੇ ਸਾਰੀ ਜ਼ਿੰਦਗੀ, ਤੇ ਧਿਆਨ ਇਹਨਾਂ 'ਚ ਹੀ ਰਹੇਗਾ। ਕਿਉਂਕਿ ਜਿਨ੍ਹਾਂ ਨੂੰ ਸੰਭਾਲੋਗੇ ਉਹਨਾਂ 'ਚ ਹੀ ਧਿਆਨ ਰਹਿ ਜਾਵੇਗਾ ਨਾ।
ਤੇ ਮੁਕਤ ਕਿਵੇਂ ਹੋਗੇ? ਧਿਆਨ ਤੋਂ ਮੁਕਤ ਹੋਣਾ, ਸਰੀਰ ਤੋਂ ਵੀ ਮੁਕਤ ਹੋਣਾ, ਕਿਉਂਕਿ ਸਰੀਰ ਵੀ ਇਸ ਧਰਤੀ ਦਾ, ਸੰਸਾਰ ਦਾ ਹਿੱਸਾ ਹੈ। ਇਹ ਵੀ ਝੂਠ ਹੈ। ਇਸੇ ਕਰਕੇ ਸਰੀਰ ਦੁਆਰਾ ਜੋ ਕੁਛ ਵੀ ਹੁੰਦਾ ਹੈ, ਉਹਦਾ ਇਤਿਹਾਸ ਬਣਦਾ ਹੈ, ਉਹ ਵੀ ਝੂਠ ਹੈ। ਕਈ ਇਤਿਹਾਸ ਦੇ ਨਾਲ ਜੁੜੇ ਹੋਏ। ਆ ਭਾਈ ਤਾਰੂ ਸਿੰਘ ਜੀ ਦਾ ਜਨਮ ਦਿਹਾੜਾ ਥੱਲੇ ਲਿਖਿਆ ਹੋਇਆ ਹੈ, ਵੀ ਇਤਿਹਾਸ ਨਾਲ ਹੀ ਜੁੜੇ ਹੋਏ ਹਨ। ਅਗਰ ਇੰਨਾ ਹੀ ਲਗਾਅ ਹੈ ਭਾਈ ਤਾਰੂ ਸਿੰਘ ਜੀ ਨਾਲ, ਤੇ ਸ਼ਹੀਦ ਹੋਣ ਨੂੰ ਤਿਆਰ ਹੋ। ਤੁਸੀਂ ਵੀ ਤਾਰੂ ਸਿੰਘ ਹੋ ਸਕਦੇ ਹੋ। ਮੌਕਾ ਹੈ ਸ਼ਹੀਦ ਹੋਣ ਦਾ। ਆਓ, ਉਹ ਸਾਰਾ ਕੁਝ ਛੱਡ ਕੇ ਗਏ ਸਨ ਗੁਰੂ ਵੱਲ, ਤੁਸੀਂ ਵੀ ਸਾਰਾ ਕੁਝ ਛੱਡ ਕੇ ਆਓ, ਪਾਓ ਸ਼ਹੀਦੀਆਂ। ਸ਼ਹੀਦ ਹੋ ਕੇ ਮੁਕਤ ਹੋਵੋਗੇ ਨਾ, ਤੇ ਤਿਆਰੀ ਕਰੋ। ਸਿਰਫ ਕਥਾ ਕਹਾਣੀਆਂ ਸੁਣ ਕੇ ਥੋੜ੍ਹੀ ਕੁਝ ਹੋਣਾ ਹੈ। ਅਗਰ ਪ੍ਰਭਾਵਿਤ ਹੋ ਤੇ ਸ਼ਹੀਦ ਹੋਣ ਨੂੰ ਤਿਆਰ ਹੋ। ਤੇ ਹੋ ਵੀ ਜਿਵੇਂ ਗਏ ਸਨ, ਸਭ ਕੁਝ ਛੱਡ ਕੇ ਸ਼ਹੀਦ ਹੋਣ, ਤੁਸੀਂ ਵੀ ਆ ਸਕਦੇ ਹੋ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸੀਸ ਤਲੀ ਤਰ ਗਲੀ ਮੇਰੀ ਆਓ। ਇਤ ਮਾਰਗ ਪੈਰ ਤਰੀਜੇ, ਸਿਰ ਦੀਜੈ ਕਾਣ ਨ ਕੀਜੈ। ਸਿਰ ਦਿਓ ਤੇ ਸ਼ਹੀਦ ਹੋ ਤੇ ਮੁਕਤ ਹੋ ਜਾਓ। ਤੇ ਜੀਂਦੇ ਜੀ ਸ਼ਹੀਦ ਹੋ ਸਕਦੇ ਹੋ। ਕਈ ਮਰ ਕੇ ਹੁੰਦੇ ਹਨ, ਕਈ ਜੀਂਦੇ ਜੀ ਸ਼ਹੀਦ ਹਨ। ਸ਼ਹੀਦ ਤੁਰੇ ਫਿਰਦੇ ਹਨ ਤੁਹਾਡੇ ਸਾਹਮਣੇ, ਪਰ ਤੁਹਾਨੂੰ ਨਜ਼ਰ ਨਹੀਂ ਨਾ ਆਉਂਦੇ ਹਨ। ਤੁਸੀਂ ਬਾਹਰ ਦੇਖਦੇ ਹੋ, ਬਾਹਰ ਹੀ ਸੰਸਾਰ ਨੂੰ ਦੇਖਦੇ ਹੋ, ਤੇ ਇਸੇ ਕਰਕੇ ਸ਼ਹੀਦਾਂ ਨੂੰ ਵੀ ਬਾਹਰੋਂ ਦੇਖਦੇ ਹੋ। ਤੇ ਜਿੰਦਾ ਸ਼ਹੀਦ, ਜਿਵੇਂ ਕਬੀਰ ਜੀ ਸਨ, ਅਬ ਤੋਂ ਜਰੇ ਮਰੇ ਸਿੱਧ ਪਾਈਏ, ਲੀਨੋ ਹਸ ਸੰਦੌਰ। ਆਹ, ਉਹ ਕਹਿੰਦੇ ਮਰ ਕੇ ਸਿੱਧ ਮਿਲਦੀ, ਜੇ ਸ਼ਹੀਦ ਹੋ ਗਏ। ਤੁਸੀਂ ਵੀ ਹੋ ਸਕਦੇ ਹੋ।